भरत छाड़ बिख बिख खाही। माया मोह परम पै भूले, सुत दारा स्यों प्रीत लगाई। एक उत्तम पंथ सुन्यो गुर संगत, तेह मिलंत जम त्रास मिटाई। एक अरदास पाठ कीरत की, गुरु रामदास राखो सरनाई। दसां पातशाहियां दे प्रतੱਖ रूप गुरता गद्दी ते शोभाएमान दीन दुनिया दे पातशाह धन धन श्री गुरु ग्रंथ साहिब सच्चे पातशाह जी की पावन हजूरी विच शोभाएमान सत्कारयोग साध संगत जीओ, सारे सावधान हो के गल्लां बातां नूं त्याग के इकागर चित हो के फतेह की सांझ पाओ। कोई रसनाबाजी ना रहे, गज वज के फतेह बुलाओ जी। वाहिगुरू जी का खालसा, वाहिगुरू जी की फतेह। आप जी काफ़ी समय तो सतगुरां की हजूरी विच अज दे समागम विच हाजरी भर के अपने समय नूं, जीवन नूं, सवासां नूं सफल कर रहे हो। ये समा जे सावधान हो के इकागर हो के बैठिए, समा बड़ा गुजर जाता है। इत्थे भी समा ही गुजर रहा है, पर सुचेत होइए तो लेखे विच लग जाता है। ये घड़ियां किसी खास कागज़ ते लिखियां जांदियां ने। मनुख नूं इहदा लाभ मिलता है, पर एक काम करना पेगा, मन टिकाउणा पेगा। जे मन नहीं टिकदा, लाभ तो है, पूरा लाभ नहीं है। दीवान इस हिसाब के नाल सी, वैसे तो ਸਿੰਘਾਂ नहीं आना सी। मैनू भी इन्होंने कहा कि विद्यार्थियों का प्रोग्राम है, मैं सोचा दर्शन करके आवा। विद्यार्थी बड़ा सोहना कीर्तन कर रहे सी। भाई मरदाना जी विद्यालय, उन्होंने उस्ताद भाई सुखदेव सिंह जी, भाई गुरजिंदर सिंह जी इस नगर के, जो तुहानू प्रेर के गुरु चरणों में लैके आए। मेरे तो पहला सतगुरु जी की गलबात गुरु के प्यारिਆਂ ने आप जी के नाल साझी की है। भाई परमवीर सिंह जी, भाई जसपाल सिंह जी, भाई मनप्रीत सिंह जी। वैसे असी समा साडा ये सी कि 7:30 तो 9:30 बजे तक समाप्ति करनी, पर समा कुछ इस तरह समागमां विच अगे चला जाता। सो मैनू जिवें दसिया गया कि अज भाई दित सिंह उन्हां दी याद विच भी समागम है। धन गुरु हरकृष्ण साहिब उन्हां दा प्रकाश उत्सव हो के लंघिया, उन्हां दी भी गल कीती जाए। तो भाई मरदाना जी संगीत अकैडमी के बच्चे हैं, उन्हां दी भी गल कीती जाए। साध संगत जी, जिस सतगुरु जी नूं आपां नमस्कार करने, मत्था टेकने, जे उन्हां दी सारी गल नूं थोड़े लफ्ज़ां दे विच कहना होवे
ਤੇ ਸਤਿਗੁਰੂ ਜੀ ਕਹਿੰਦੇ ਬੰਦੇ ਦਾ ਮਨੋਰਥ ਇੱਥੇ ਆਉਣ ਦਾ ਕੀ ਹੈ। ਜਿਹੜੀ ਚੀਜ਼ ਦਾ ਮਨੋਰਥ ਨਾ ਹੋਵੇ ਉਹ ਵਿਅਰਥ ਚਲੀ ਜਾਂਦੀ। ਮਨੁੱਖ ਦਾ ਮਨੋਰਥ ਹੈ ਪਰਮੇਸ਼ਰ ਦੇ ਨਾਲ ਸਾਂਝ ਪਾਉਣੀ, ਉਹਦੇ ਨਾਲ ਜੁੜਨਾ। ਹੁਣ ਉਹਦੇ ਵਾਸਤੇ ਪਰਮੇਸ਼ਰ ਜਿਹੜਾ ਹੈ ਉਹਦਾ ਚੱਕਰ ਚਿਹਨ, ਕੋਈ ਰੂਪ ਨਹੀਂ। ਜੁੜਿਆ ਕਿਵੇਂ ਜਾਏ? ਦੋ ਸਰੀਰ ਧਾਰੀ ਨੇ, ਸਰੀਰ ਨਾਲ ਸਰੀਰ ਗੱਲ ਕਰਦਾ ਹੈ, ਸਾਂਝ ਬਣ ਜਾਂਦੀ ਹੈ। ਪਰਮੇਸ਼ਰ ਦਾ ਸਰੀਰ ਕੋਈ ਨਹੀਂ ਹੈ, ਉਹਦੇ ਨਾਲ ਸਾਂਝ ਕਿਵੇਂ ਬਣੇ? ਤੇ ਉਹਦੇ ਨਾਲ ਜੇ ਸਾਂਝ ਨਹੀਂ ਬਣਦੀ ਤੇ ਸਤਿਗੁਰੂ ਜੀ ਕਹਿੰਦੇ ਨੇ ਇਹ ਮਨੁੱਖ ਪਸ਼ੂਆਂ ਤੋਂ ਕਿਤੇ ਡਿੱਗਿਆ ਹੋਇਆ, ਨੀਵਾਂ ਗਿਰਿਆ ਹੋਇਆ। ਪਸ਼ੂ ਇਹਦੇ ਤੋਂ ਕਿਤੇ ਉੱਚੀ ਪਦਵੀ ਤੇ ਚਲਾ ਗਿਆ। ਹੁਣ ਇਹ ਤਾਂ ਹੀ ਗੁਰੂ ਸਾਹਿਬ ਨੇ ਕਿਹਾ ਕਿ ਗੁਰਸਿੱਖੀ ਬਾਰੀਕ ਹੈ, ਖੰਡੇ ਧਾਰ ਗਲੀ ਅਤ ਭੀੜੀ। ਉਹਦੇ ਵਾਸਤੇ ਦੋ ਚੀਜ਼ਾਂ ਗੁਰੂ ਸਾਹਿਬ ਨੇ ਸਾਡੇ ਵਾਸਤੇ ਮੁਕਰਰ ਕੀਤੀਆਂ ਨੇ, ਸਥਾਪਿਤ ਕੀਤੀਆਂ ਨੇ। ਧਿਆਨ ਦਿਓ ਬੱਚਿਓ, ਇਕਾਗਰਤਾ ਬਣਾਓ। ਥੋੜ੍ਹੀ ਜਿਹੀ ਵਿਚਾਰ ਦੀ ਗੱਲ ਕਰ ਲਈਏ। ਸਰੂਪ ਤੁਹਾਡਾ ਬੜਾ ਸੋਹਣਾ ਹੈ, ਸਿੰਘਾਂ ਨੇ ਉਹਦੀ ਗੱਲ ਕਰਤੀ, ਮੈਂ ਤਾਂ ਨਹੀਂ ਕੀਤੀ। ਸਰੂਪ ਇਸੇ ਤਰ੍ਹਾਂ ਦਾ ਹੀ ਹੋਵੇ ਜਿਵੇਂ ਬੱਚਿਆਂ ਨੇ ਦੁਮਾਲੇ ਸਜਾਏ ਨੇ। ਪਰ ਮੈਂ ਇੱਕ ਗੱਲ ਤੁਹਾਨੂੰ ਕਹਿ ਦਿਆਂ, ਕਾਗਜ਼ ਤੇ ਲਿਖ ਕੇ ਕੋਲ ਰੱਖ ਲੈਣਾ ਤੇ 40 ਸਾਲਾਂ ਬਾਅਦ ਕੱਢ ਕੇ ਪੜ੍ਹ ਲੈਣਾ। ਜਦੋਂ ਤੁਸੀਂ 40-50 ਸਾਲ ਦੇ ਹੋਵੋਗੇ ਨਾ, ਇਹਨਾਂ ਦਮਾਲਿਆਂ ਨੇ ਇਸੇ ਤਰ੍ਹਾਂ ਤਾਂ ਰਹਿਣਾ ਜੇ ਅੰਦਰ ਬਾਣੀ ਗਈ, ਨਹੀਂ ਤੇ ਦਮਾਲੇ ਮੁਬਾਰਕ ਨੇ, ਬੜੀ ਚੰਗੀ ਗੱਲ ਹੈ। ਪਰ ਮੇਰਾ ਦੁਨੀਆ ਵਿੱਚ ਘੁੰਮ ਕੇ ਜਾਂ ਜਿੰਨਾ ਕੁ ਮੈਨੂੰ ਪਤਾ ਲੱਗਾ, ਜੜ ਲੱਗਣੀ ਹੈ ਤੇ ਪੱਤਿਆਂ ਨੇ ਰਹਿਣਾ ਹੈ, ਤੇ ਜੜ ਨਾ ਲੱਗੀ ਤੇ ਪੱਤੇ ਥੋੜ੍ਹੇ ਚਿਰ ਬਾਅਦ ਕਮਲਾ ਜਾਇਆ ਕਰਦੇ। ਮੇਰਾ ਕਹਿਣ ਦਾ ਭਾਵ ਕੀ ਹੈ? ਅੰਦਰ ਬਾਣੀ ਲੈ ਕੇ ਜਾਓਗੇ, ਬਾਣੀ ਨੇ ਕਾਇਮ ਤਾਂ ਰਹਿਣਾ ਹੈ, ਤੇ ਬਾਣੀ ਨੇ ਕਾਇਮ ਤਾਂ ਰਹਿਣਾ ਜੇ ਬਾਣਾ ਤੁਹਾਡਾ ਕਾਇਮ ਹੋਏਗਾ। ਬਾਣੇ ਦਾ ਮਤਲਬ ਕੀ ਹੈ? ਜਿੰਨੇ ਪੰਥ ਨੂੰ ਅੱਗੇ ਵਧਾਉਣਾ ਹੈ। ਬਾਣੇ ਤੋਂ ਬਿਨਾਂ, ਪੰਥ ਤੋਂ ਬਿਨਾਂ ਜੋ ਕੁਝ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਉਹ ਦੁਨੀਆ ਦੇ ਵਿੱਚ ਪ੍ਰਸਾਰਿਤ ਨਹੀਂ ਹੋ ਸਕਦਾ। ਤੇ ਬਾਣਾ ਜਿਹੜਾ ਹੈ ਉਹ ਬਾਣੀ ਤੋਂ ਬਿਨਾਂ ਨਹੀਂ ਰਹਿ ਸਕਦਾ। ਬਾਣੀ ਰੂਹ ਹੈ, ਬਾਣਾ ਸਰੀਰ ਹੈ। ਹੁਣ ਸਰੀਰ ਕਿਵੇਂ ਰਹਿੰਦਾ? ਆਪਾਂ ਇੱਥੇ ਬੈਠੇ ਹਾਂ, ਅੰਦਰ ਰੂਹ ਹੈ, ਅੰਦਰ ਜੋਤ ਵਰਤ ਰਹੀ ਹੈ, ਤੇ ਸਰੀਰ ਕੰਮ ਕਰ ਰਿਹਾ ਹੈ। ਹੱਥ ਪੈਰ ਕੰਮ ਕਰਦੇ ਨੇ, ਅੱਖਾਂ ਕੰਮ ਕਰਦੀਆਂ ਨੇ, ਸਰੀਰ ਕੰਮ ਕਰਦਾ। ਜੋਤ ਹੈ ਤੇ ਤਾਂ ਹੈ। ਪਰ ਇਹ ਵੀ ਗੱਲ ਪੱਕੀ ਹੈ, ਜੋਤ ਦੀ ਹੋਂਦ ਭਾਵੇਂ ਸਰੀਰ ਤੋਂ ਬਿਨਾਂ ਵੀ ਕਾਇਮ ਰਹਿੰਦੀ ਹੈ, ਪਰ ਜੋਤ ਜਿਹੜੀ ਇਹ ਕੰਮ ਉਦੋਂ ਕਰ ਸਕਦੀ ਜਦੋਂ ਉਹਨੂੰ ਸਰੀਰ ਮਿਲੇ। ਇਸ ਕਰਕੇ ਤੁਸੀਂ ਬਾਣੀ 'ਚ ਪੜ੍ਹਦੇ ਹੋ, ਵਿੱਚ ਗੁਰਮੁਖ ਬੈਠੇ ਨੇ। ਆਹ ਜਿਹੜਾ ਸਰੀਰ ਸਾਨੂੰ ਮਿਲਿਆ ਹੋਇਆ ਹੈ, ਇਹ ਬੜੀ ਹੈਰਾਨੀ ਦੀ ਗੱਲ ਹੈ। ਦੇਵਤੇ ਵੀ ਇਹਨੂੰ ਲੋਚਦੇ ਨੇ। ਬੜੀ ਕਮਾਲ ਦੀ ਗੱਲ ਹੈ। ਇਹ ਦੇਵਤਿਆਂ ਦੀ ਤੇ ਲੋਕ ਪੂਜਾ ਕਰਦੇ ਨੇ। ਦੇਵਤਿਆਂ ਤੋਂ ਤੇ ਲੋਕੀ ਚੀਜ਼ਾਂ ਮੰਗਦੇ ਨੇ, ਦਿੰਦੇ ਹੋ ਉਹਨਾਂ ਨੂੰ, ਉਹਨਾਂ ਦਾ ਲੈਣ ਦੇਣ ਚੱਲਦਾ। ਤੇ ਜਿਹੜੇ ਦੇਵਤੇ ਨੇ ਉਹ ਇਹ ਸਰੀਰ ਮੰਗਦੇ ਨੇ। ਗੱਲ ਕੀ ਹੋ ਗਈ? ਕਿਉਂਕਿ ਸਰੀਰ ਤੋਂ ਬਿਨਾਂ, ਸਰੀਰ ਹੀ ਇੱਕ ਸਟੈਪ ਹੈ, ਇੱਕ ਰਸਤਾ ਹੈ ਜਿਹਦੇ ਰਾਹੀਂ ਇਸ ਪਰਮੇਸ਼ਰ ਪਰਮਾਤਮਾ ਦੇ ਨਾਲ, ਅਕਾਲ ਪੁਰਖ ਦੇ ਨਾਲ ਸਾਂਝ ਪਾ ਸਕਦਾ। ਦੇਵਤੇ ਸਿੱਧੇ ਪਰਮੇਸ਼ਰ ਨਾਲ ਨਹੀਂ ਜੁੜ ਸਕਦੇ। ਦੇਵਤਿਆਂ ਨੂੰ ਵੀ ਸਰੀਰ ਦੀ ਲੋੜ ਪੈਂਦੀ, ਭਾਵੇਂ ਕਿ ਉਹਨਾਂ ਦੀ ਲੋਕ ਪੂਜਾ ਕਰਦੇ ਨੇ। ਇਸ ਕਰਕੇ ਬਾਣੀ ਵਿੱਚ ਆਉਂਦਾ ਹੈ, ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਵਰ। ਮਹੇਸ਼ਵਰ ਕੌਣ ਹੈ? ਦੇਵਤੇ ਨੇ। ਮਹੇਸ਼ ਸ਼ਿਵ ਜੀ ਨੂੰ ਕਿਹਾ, ਤੇ ਮਹੇਸ਼ਵਰ ਉਹਦਾ ਬਹੁਵਚਨ ਨੇ। ਦੇਵਤੇ, ਦੇਵਤੇ ਨਾਮ ਜਪਣ ਵਾਲੇ ਨੂੰ ਲੱਭਦੇ ਫਿਰਦੇ ਨੇ। ਅਸੀਂ ਸੰਸਾਰ ਤੋਂ ਕੀ ਮੰਗਣੇ? ਭਾਈ ਪਰਮਵੀਰ ਸਿੰਘ ਜੀ ਕਹਿ ਰਹੇ ਸਨ ਵੀ ਮੇਰੀ ਮਾਤਾ ਲੈ ਕੇ ਜਾਂਦੇ ਸੀ ਤੇ ਮੈਂ ਕਹਿਣਾ ਵੀ ਪੈਸੇ ਦਿਓ। ਅੱਜ ਬਹੁਤਾਤ ਵਿੱਚ, ਧਰਮ ਦੇ ਵਿੱਚ ਵੀ ਇਹੀ ਗੱਲ ਹੈ। ਧਰਮ ਸੱਚੀ ਪੁੱਛੋ
ਇੱਕ ਤਾਂ ਸਮਾਂ ਇਸ ਤਰ੍ਹਾਂ ਦਾ ਆ ਗਿਆ, ਮੌਸਮ ਦਾ ਅਸਰ ਪੈ ਜਾਂਦਾ ਹਰ ਇੱਕ ਚੀਜ਼ ਤੇ। ਤੁਸੀਂ ਕੋਈ ਵੀ ਫਸਲ ਬੀਜਦੇ ਹੋ, ਮੌਸਮ ਦਾ ਅਸਰ ਪੈਂਦਾ। ਮੌਸਮ ਅੱਜ ਚੱਲ ਰਿਹਾ ਹੈ ਸਾਧ ਸੰਗਤ ਜੀ ਪਦਾਰਥਵਾਦ ਦਾ, ਮਾਇਆ ਦਾ। ਅੱਜ ਬੱਚਾ ਜੰਮਦਾ, ਅਜੇ ਫਿਕਰ ਪੈ ਜਾਂਦਾ ਹੈ ਇਹਦਾ ਕੰਮ ਕਿਵੇਂ ਚੱਲੇਗਾ। ਰਹਿੰਦੀ ਖੂੰਦੀ ਕਸਰ ਸਾਡੇ ਸਿਆਸਤਦਾਨਾਂ ਨੇ ਕੱਢ ਦਿੱਤੀ, ਦੇਸ਼ ਨੂੰ ਛਾਨਣੀ ਵਾਂਗੂ ਛਾਣ ਕੇ ਰੱਖ ਦਿੱਤਾ। ਨਾ ਇਹਨਾਂ ਨੂੰ ਇਸ ਧਰਤੀ ਦਾ ਫਿਕਰ, ਨਾ ਇਹਨਾਂ ਨੂੰ ਇੱਥੋਂ ਦੇ ਪਾਣੀ ਦਾ ਫਿਕਰ, ਨਾ ਇੱਥੋਂ ਦੇ ਸੱਭਿਆਚਾਰ ਦਾ ਫਿਕਰ। ਜਾਣ ਜਿੱਥੇ ਮਰਜੀ ਲੋਕ ਮਰਜੀ। ਅਸੀਂ ਤਾਂ ਠੰਡੇ ਜਿਹੇ ਥਾਂ ਤੇ ਪੰਜਾਬ ਦੇ ਕੋਨੇ ਵਿੱਚ ਕੋਠੀ ਪਾ ਲਈਏ ਚੰਡੀਗੜ੍ਹ, ਅਸੀਂ ਕੀ ਲੈਣਾ ਇਹਨਾਂ ਕੋਲੋਂ, ਆਪੇ ਰੁਲਦੇ ਫਿਰਨਗੇ। ਪਰ ਅਸੀਂ ਵੀ ਐਸੇ ਬੁੱਧੂ ਹਾਂ ਕਿ ਅਸੀਂ ਵੀ ਅੱਡੀਆਂ ਚੁੱਕ ਚੁੱਕ ਕੇ ਇਹਨਾਂ ਵੱਲੋਂ ਵੇਖਦੇ ਹਾਂ ਵੀ ਕਦੋਂ ਆਉਣਗੇ। ਜੇ ਕਿਤੇ ਗੁਰੂ ਦੀ ਗੱਲ ਹੋਣ ਲੱਗੇ ਤੇ ਸਾਨੂੰ ਵੀ ਉਬਾਸੀਆਂ ਆਉਣ ਲੱਗ ਪੈਂਦੀਆਂ, ਜਿਹਨੇ ਰਾਹ ਦੱਸਣਾ। ਤੁਸੀਂ ਜਿੱਥੇ ਬੈਠੇ ਹੋ ਆਵਾਜ਼ ਜਾਂਦੀ ਹੋਣੀ ਹੈ, ਬੜੇ ਸੁੱਤੇ ਹੋਣਗੇ ਜਾਂ ਟੀਵੀ ਵੇਖਦੇ ਹੋਣਗੇ ਪਿੰਡ ਦੇ ਵਿੱਚ ਵੀ। ਇਹਨਾਂ ਨੂੰ ਸਵੇਰੇ ਕਹਿ ਦਿਓ ਵੀ ਕੋਈ ਆ ਰਿਹਾ, ਕੋਈ ਲੀਡਰ ਆ ਰਿਹਾ, ਉੱਥੇ ਰੂੜੀਆਂ ਦੀ ਸੁਆਹ ਫੱਕਦੇ ਫਿਰਨਗੇ ਸਾਰੇ। ਹੁਣ ਗੁਰੂ ਦੀ ਗੱਲ ਚੱਲ ਰਹੀ ਏ ਤੇ ਮੈਂ ਕਹਿੰਦਾ ਤੁਸੀਂ ਜਿੰਨੇ ਬੈਠੇ ਹੋ, ਜੇ ਤੁਸੀਂ ਵੀ ਹਾਜ਼ਰ ਹੋ ਜਾਓ ਤਾਂ ਬੜੀ ਵੱਡੀ ਗੱਲ ਹੈ। ਗੁਰੂ ਨੇ ਰਾਹ ਸਿੱਧਾ ਦੱਸਣਾ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਇੱਕ ਤਾਂ ਪਰਮਾਤਮਾ ਦੀ ਓਟ ਲੈਣੀ ਹੈ ਤੇ ਇੱਕ ਆਪਣੀ ਲੈਣੀ ਹੈ। ਦੋ ਚੀਜ਼ਾਂ ਇਕੱਠੀਆਂ ਕਰਨੀਆਂ, ਇੱਕ ਸਵੈ ਤੇ ਇੱਕ ਭੰਗ। ਸਵੈ ਭੰਗ ਮੂਲ ਮੰਤਰ ਵਿੱਚ ਆਉਂਦਾ ਹੈ ਨਾ, ਜਦੋਂ ਆਪਾਂ ਪੜ੍ਹਦੇ ਹਾਂ ਇੱਕ ਓੰਕਾਰ, ਪੜ੍ਹ ਲਈ ਇੱਕ ਵਾਰੀ ਸਾਰੇ, ਪਿੱਛੇ ਬੋਲੋ, ਇੱਕ ਓੰਕਾਰ। ਇਹਨੂੰ ਇੱਕ ਮਕਾਰ ਨਹੀਂ ਬੋਲਣਾ, ਇਸ ਨੂੰ ਇੱਕ ਓੰਕਾਰ ਬੋਲਣਾ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇਹ ਸਾਡਾ ਮੂਲ ਮੰਤਰ ਹੈ। ਮੂਲ ਦਾ ਮਤਲਬ ਹੁੰਦਾ ਮੁੱਢ, ਯਾਨੀ ਕਿ ਜਿੰਨੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੱਗੇ ਆਏਗੀ, 1430 ਅੰਗਾਂ ਤੇ ਜਿੰਨੇ ਰਾਗ ਆਉਣਗੇ, ਉਹਨਾਂ ਦੀ ਜੜ ਇਹਦੇ ਵਿੱਚ ਹੀ ਹੈ। ਹੁਣ ਜੇ ਮੈਂ ਇਹਦੀ ਵਿਆਖਿਆ ਕਰਾਂ, ਵੈਸੇ ਤਾਂ ਹੀ ਇਹ ਕੋਰਸ ਬਣਾਇਆ। ਕਈ ਵਾਰੀ ਇਹ ਹੁੰਦਾ ਵੀ ਇਸ ਤਰ੍ਹਾਂ ਕੋਰਸ ਸ਼ਬਦ ਸੁਣ ਕੇ ਤੁਸੀਂ ਘਬਰਾ ਜਾਂਦੇ ਹੋ ਵੀ ਇਹ ਕੋਈ ਪਤਾ ਨਹੀਂ ਕੋਰਸ ਕੀ ਚੀਜ਼ ਹੋਵੇਗੀ, ਹੁਣ ਸਾਨੂੰ ਨਾਂ ਰੱਖਣਾ ਪਿਆ ਇਹਦਾ। ਇਹ ਕੋਰਸ ਇਸ ਤਰ੍ਹਾਂ ਦਾ ਬਿਲਕੁਲ ਜਿਵੇਂ ਆਪਾਂ ਘਰ ਵਿੱਚ ਬਹਿ ਕੇ ਗੱਲਾਂ ਕਰਨੇ ਆ, ਸਾਦਾ ਬੜਾ, ਬਿਲਕੁਲ ਸਿੱਧਾ ਸਾਦਾ। ਇਸ ਲਈ ਇਹਨੂੰ ਅਸੀਂ ਕਈ ਸਕੂਲਾਂ ਵਿੱਚ ਗਏ, ਜਿਹੜੇ ਵਿਦਵਾਨ ਸਨ ਉਹਨਾਂ ਨੇ ਤੇ ਪੜ੍ਹ, ਉਹਨਾਂ ਕਿਹਾ ਵੀ ਇਹ ਤਾਂ ਭਾਸ਼ਾ ਬੜੀ ਸਿੱਧੀ ਹੈ। ਮੈਂ ਕਿਹਾ ਵੀ ਤੁਹਾਨੂੰ ਅਜੇ ਤੱਕ ਨਹੀਂ ਪਤਾ ਲੱਗਾ ਵੀ ਗੁਰੂ ਨਾਨਕ ਸਾਹਿਬ ਨੇ ਉਸ ਸਮੇਂ ਜਦੋਂ ਪੰਡਤ ਸੰਸਕ੍ਰਿਤ ਪੜ੍ਹਾਉਂਦਾ ਸੀ, ਗੁਰੂ ਨਾਨਕ ਸਾਹਿਬ ਨੇ ਉਦੋਂ ਸਿੱਧੀ ਬੋਲੀ ਦੀ ਗੁਰਬਾਣੀ ਵਿੱਚ ਵਰਤੋਂ ਕੀਤੀ ਤੇ ਲੋਕਾਂ ਨੇ ਗੁਰੂ ਨਾਨਕ ਦੀ ਗੱਲ ਸੁਣੀ, ਲੋਕਾਂ ਨੇ ਪੰਡਤ ਦੀ ਗੱਲ ਨਹੀਂ ਸੁਣੀ। ਪਰ ਸਾਨੂੰ ਹੁਣ ਇਹ ਪਤਾ ਨਹੀਂ ਰਿਹਾ। ਗੁਰਬਾਣੀ ਦਾ ਹੀ ਵਾਰਤਕ ਪਰਿਭਾਸ਼ਾ ਹੈ ਇਹ ਕੋਰਸ, ਜਿਹੜੀ ਇਹ ਹੈ ਠੇਠ ਗੱਲਾਂ ਦੇ ਵਿੱਚ ਸਿੱਧੀ ਹੈ। ਉਹ ਤੁਸੀਂ, ਮੈਂ ਜ਼ਿਆਦਾ ਨਹੀਂ ਇਹਦੇ ਬਾਰੇ ਕਹਿਣਾ, ਕਿਉਂਕਿ ਇਹ ਚੀਜ਼ ਹੁੰਦੀ ਹੈ ਸਟੇਜ ਦੀ ਨਹੀਂ ਹੁੰਦੀ। ਵੈਸੇ ਇਹ ਜਿਵੇਂ ਹੁਣ ਭਾਈ ਗੁਰਜਿੰਦਰ ਸਿੰਘ ਹੈ ਸਾਡੇ ਨਾਲ ਸੰਪਰਕ ਵਿੱਚ ਹੈ, ਜਿਨ੍ਹਾਂ ਸਾਨੂੰ ਬੁਲਾਇਆ ਇੱਥੇ,
ਜਾਂ ਮੈਨੂੰ ਪਤਾ ਲੱਗਾ ਵੀ ਜਿਹੜੇ ਬੱਚੇ ਕੀਰਤਨ ਕਰ ਰਹੇ ਸੀ ਇਹਨਾਂ ਨੂੰ ਭਾਈ ਸੁਖਦੇਵ ਸਿੰਘ ਜੀ ਪਿੰਡਾਂ ਵਿੱਚ ਕੀਰਤਨ ਦੀ ਸੇਵਾ ਕਰਦੇ। ਇਹ ਗੱਲ ਇਸ ਤਰ੍ਹਾਂ ਹੁੰਦੀ ਸਾਧ ਸੰਗਤ ਜੀ। ਹੁਣ ਕਈ ਬੰਦੇ ਕਹਿੰਦੇ ਹੋਣਗੇ ਉੱਥੇ ਬਾਹਰ ਬੈਠ ਕੇ ਵੀ ਕਿੰਨੇ ਕੁ ਬੰਦਿਆਂ ਨੂੰ ਇਹਨਾਂ ਨੇ ਸਿਖਾ ਲਿਆ, ਕਿੰਨਿਆਂ ਕੁ ਬੰਦਿਆਂ ਨੂੰ। ਜਿਹੜਾ ਸਿੰਘ ਹੈ ਨਾ, ਸਾਡਾ ਇਤਿਹਾਸ ਕੀ ਕਹਿੰਦਾ ਹੈ ਵੀ ਬੋਤਾ ਸਿੰਘ ਤੇ ਗਰਜਾ ਸਿੰਘ ਦੋ ਜਣੇ ਹੀ ਸੜਕ ਤੇ ਬਹਿ ਕੇ ਉਹਨਾਂ ਨੇ ਸਿੱਖ ਰਾਜ ਕਾਇਮ ਕਰ ਦਿੱਤਾ ਸੀ। ਅਸੀਂ ਆਮ ਕਹਿੰਦੇ ਆ ਨਾ ਵੀ ਸਿੱਖ ਰਾਜ ਬਾਬਾ ਬੰਦਾ ਸਿੰਘ ਬਹਾਦਰ ਨੇ ਕਾਇਮ ਕੀਤਾ ਸੀ। ਪਹਿਲੀ ਵਾਰੀ ਨਹੀਂ ਕੀਤਾ। ਪਹਿਲੀ ਵਾਰੀ ਸਿੱਖ ਰਾਜ ਕਾਇਮ ਕੀਤਾ ਸੀ ਬਾਬਾ ਬੋਤਾ ਸਿੰਘ ਨੇ ਤੇ ਗਰਜਾ ਸਿੰਘ ਜੀ ਨੇ, ਇਹਨਾਂ ਦੋਵਾਂ ਨੇ ਕੀਤਾ ਸੀ। ਕਾਹਦੇ ਨਾਲ ਕੀਤਾ ਸੀ? ਦੋਵਾਂ ਦੇ ਕੋਲ ਇੱਕ ਮੋਢੇ ਦੇ ਚਾਦਰ ਸੀ ਤੇ ਲੱਕ ਕਸ਼ਹਿਰਾ ਪਾਇਆ ਸੀ ਤੇ ਕੋਲ ਤਲਵਾਰਾਂ ਸਨ। ਉਹਨਾਂ ਦੀਆਂ ਮਿਆਨਾਂ ਵੀ ਸਾਬਤ ਨਹੀਂ ਸਨ। ਤੁਸੀਂ ਸੋਚੋ ਬੰਦੇ ਕਿੰਨੀ ਚੜ੍ਹਦੀ ਕਲਾ ਵਾਲੇ ਹੋਣਗੇ। ਏਡੀ ਵੱਡੀ ਸਲਤਨਤ। ਇਸ ਲਈ ਆਪਾਂ ਇੱਕ ਸ਼ਬਦ ਵਰਤਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ। ਬੋਲੋ ਇੱਕ ਵਾਰੀ, ਨਾਨਕ ਨਾਮ ਚੜ੍ਹਦੀ ਕਲਾ। ਚੜ੍ਹਦੀ ਕਲਾ ਕੀ ਹੈ? ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਦਿੱਤੀ ਹੈ ਬਈ ਖਾਲਸਾ ਕੱਲੇ ਦਕੱਲੇ ਦੀ ਕਦੀ ਪਰਵਾਹ ਹੀ ਨਹੀਂ ਕਰਦਾ, ਮੈਂ ਕੱਲਾ ਵਾਂ ਕਿ ਦੋ ਜਣਾ ਕਿ ਤਿੰਨ ਜਣੇ ਆ। ਇਹ ਕਮਜ਼ੋਰ ਗਿੱਦੜ ਮਨਾਂ ਦੀਆਂ ਗੱਲਾਂ ਨੇ ਵੀ ਅਸੀਂ ਥੋੜੇ ਜਿਹੇ ਆ ਜੀ, ਕੀ ਬਣੇਗਾ ਜੀ, ਕੀ ਹੋਵੇਗਾ ਜੀ, ਥੱਲੇ ਇਹਨੂੰ ਖਿੱਚਣਾ ਹੈ। ਮੈਂ ਵਾਹੀ ਕਰਦਾ ਰਿਹਾ ਪਹਿਲਾਂ, 30 ਕੁ ਸਾਲ ਦੀ ਉਮਰ ਵਿੱਚ ਆਇਆ ਇਸ ਕੰਮ ਵਿੱਚ। ਉਹ ਸਾਡੇ ਕੋਲ ਇੱਕ ਬਲਦ ਹੁੰਦਾ ਸੀ। ਸਾਧ ਸੰਗਤ ਜੀ, ਜੇ 4 ਬਲਦ ਜੋਏ ਹੋਣੇ ਨਾ ਤੇ 3 ਬੜੇ ਤਗੜੇ ਹੋਣੇ ਵੱਡੇ, ਇੱਕ ਉਹਨੂੰ ਕੰਬਖਤ ਨੂੰ ਵਿੱਚ ਪਾ ਲੈਣਾ, ਉਹਨੇ ਉਹਨਾਂ ਤਿੰਨਾਂ ਨੂੰ ਵੀ ਖਿੱਚ ਕੇ ਡੇਗ ਹੀ ਦੇਣਾ, ਕਿਉਂਕਿ ਰੋਣਾ ਹੀ ਉਹਨੇ ਕਦੀ ਇੱਧਰ ਨੂੰ ਖਿੱਚ ਜਾਣਾ, ਕਦੀ ਨਾਲ ਡਿੱਗ ਪੈਣਾ, ਲਮਕ ਜਾਣਾ, ਕਦੀ ਉਹਨਾਂ। ਹੁਣ ਉਹ ਵਿਚਾਰੇ ਹਲ ਖਿੱਚਣਗੇ, ਉਹਨੂੰ ਖਿੱਚਣ। ਤੁਹਾਡੇ ਵਿੱਚ ਇਸ ਤਰ੍ਹਾਂ ਦੇ ਡਿੱਗਣ ਵਾਲੇ ਬੜੇ ਆਉਣਗੇ ਜਿਹੜੇ ਕਹਿਣਗੇ ਕੁਝ ਨਹੀਂ ਹੋਣਾ। ਉਹ ਬਈ ਖਾਲਸਾ ਜਿਹੜਾ ਨਾ, ਉਹ ਦੋ ਕਿੰਨੇ ਜਣੇ ਹੁੰਦੇ ਨੇ? 2 ਜਣਿਆਂ ਨੇ ਸਿੱਖ ਰਾਜ ਕਾਇਮ ਕਰ ਦਿੱਤਾ ਸੀ। ਹੁਣ ਕਹਿੰਦੇ ਤੁਸੀਂ ਕਿਵੇਂ ਕਰੋਗੇ? ਉਹ ਹੁਣ ਤਾਂ ਗੱਲ ਹੀ ਕੋਈ ਨਹੀਂ। ਹੁਣ ਤਾਂ ਦੁਨੀਆ ਦੇ ਕਈ ਦੇਸ਼ਾਂ ਦੇ ਵਿੱਚ ਖਾਲਸਾ ਬੈਠਾ ਹੋਇਆ ਹੈ। ਪਰ ਇੱਕ ਗੱਲ ਫਿਰ ਮੈਂ ਕਹਿਣੀ ਚਾਹੁੰਦਾ, ਕੱਲਾ ਰਾਜ ਸਾਡੇ ਕੋਲ ਪਹਿਲਾਂ ਆਇਆ ਸੀ। ਜਿਹੜੀ ਗੱਲ ਜ਼ੋਰ ਦੇਣੀ ਚਾਹੁੰਦਾ, ਧਿਆਨ ਦਿਓ। ਕੱਲਾ ਰਾਜ ਸਾਡੇ ਕੋਲ 40 ਸਾਲ ਰਿਹਾ ਹੈ ਮਹਾਰਾਜੇ ਰਣਜੀਤ ਸਿੰਘ ਦੇ ਰੂਪ ਦੇ ਵਿੱਚ। ਇੱਥੋਂ ਮੈਂ ਥੋੜੀ ਜਿਹੀ ਭਾਈ ਦਿੱਤ ਸਿੰਘ ਦੀ ਵੀ ਗੱਲ ਕਰ ਦਿੰਦਾ ਵੀ ਭਾਈ ਦਿੱਤ ਸਿੰਘ ਕਿਉਂ ਉਸ ਵੇਲੇ ਆਏ। ਇਹ ਮੈਂ ਥੋੜੀ ਜਿਹੀ ਗੱਲ ਕੰਪਰੋਮਾਈਜ਼ ਕਰ ਦੇਣਾ, ਜੋੜ ਦੇਣਾ ਵੀ ਪੰਥ ਕਿਵੇਂ। ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਦੁਨਿਆਵੀ ਪੱਖ ਤੋਂ ਤੇ ਗੱਲ ਉਹ ਠੀਕ ਹੈ। ਕੋਈ ਸਿੰਘ ਕਹਿ ਰਿਹਾ ਸੀ ਸਾਡੇ ਪੰਥ ਵਿੱਚ ਕੋਈ ਕੁਝ ਕਹੀ ਜਾਏ, ਕਿਹੜਾ ਕੋਈ ਪੁੱਛਣ ਵਾਲਾ ਹੈ, ਕਿਹੜਾ ਕੋਈ ਬਾਲੀ ਵਾਰਸ। ਆਹ ਸ਼ਬਦ ਉਹਨੇ ਕਹਿ ਦਿੱਤਾ ਤੇ ਮੇਰੇ ਵੀ ਮੂੰਹ ਆ ਗਿਆ ਅੱਜ ਗੱਲ। ਮੈਂ ਕਿਹਾ ਵੀ ਸਾਡੀ ਕੌਮ ਦਾ ਕੋਈ ਬਾਲੀ ਵਾਰਸ ਹੈ? ਜੇ ਮੈਂ ਇੰਨਾ ਹੀ ਕਿਹਾ ਸੀ, ਮੈਂ ਕਿਹਾ ਚੁੱਪ ਕਰ ਜਾ। ਗੱਡੀ 'ਚ ਤੁਰਿਆ ਹੁੰਦਾ ਸੀ ਹੁਣੇ, ਮੈਂ ਕਿਹਾ ਮੁੜ ਕੇ ਨਾ ਕਹੀਂ ਮਾਫੀ ਮੰਗ, ਬਾਲੀ ਵਾਰਸ ਹੈ ਨਹੀਂ। ਕਿਉਂ? ਜਦੋਂ ਅਸੀਂ ਕਹਿੰਦੇ ਆ ਨਾ ਕਲਗੀਧਰ ਪਾਤਸ਼ਾਹ ਨੂੰ ਕਹਿੰਦੇ ਆ ਪੰਥ ਦਾ ਬਾਲੀ, ਉਹ ਪੰਥ ਦੇ ਸਿਰ ਤੇ ਖਲੋਤਾ ਹੈ। ਜੇ ਉਧਰੋਂ ਵੇਖੋਗੇ ਤੇ ਪਰਵਾਹ ਨਹੀਂ ਕਿਸੇ ਗੱਲ ਦੀ, ਉਹ ਸਿਰ ਤੇ ਖਲੋਤਾ ਹੈ। ਉਹ ਫੌਜਾਂ ਸਿਰ ਤੇ ਖਲੋਤੀਆਂ ਨੇ। ਹਾਂ, ਸੰਸਾਰਿਕ ਪੱਖ ਤੋਂ ਅਸੀਂ ਆਪਣੇ ਫਰਜ਼ ਤੋਂ ਭੱਜ ਗਏ ਹਾਂ, ਉਦੋਂ ਅਸੀਂ ਕਹਿ ਸਕਦੇ ਹਾਂ ਵੀ ਅਸੀਂ ਆਪਣੀ ਨਲਾਇਕੀ ਵਿਖਾ ਦਿੱਤੀ ਗੁਰੂ ਸਾਹਿਬ ਨੂੰ। ਕਿਉਂਕਿ ਗੁਰੂ ਦਾ ਹੁਕਮ ਸੀ ਆਪ ਜਪੈ ਅਵਰੈ ਨਾਮ ਜਪਾਵੈ। ਆਪ ਜਪਣਾ ਤੇ ਦੂਜਿਆਂ ਨੂੰ ਆਪੇ ਹੀ ਜਪਾਇਆ ਜਾਣਾ। ਜਿੰਨੇ ਜਪ ਲਿਆ ਨਾ,
ठीक है, पढ़ाई चंगी चीज़ है। ये कोर्स कोई कई ना सिंह भजन बंदगी वाले नितनेम सिमरन ज़्यादा करते हैं, वो सोच ही इस तरह की बनाती। साढ़े इस दो सोचां आ गईयां। एक वो ने ਜਿਹੜੇ ਕਹਿੰਦੇ ਤੁਹਾਨੂੰ गुरु हरकृष्ण साहब गीता ਦੇ अर्थ कराते। सुनी साखी तुसी? कोई बच्चा है जिन्हें छज्जू झीवर की साखी सुनी होवे? कोई खड़ा होए थोड़ा जा, कोई होवे हथ खड़ा कर दे। चलो खड़ा आप नहीं होना। गुरु हरकृष्ण साहब जी ने हाँ तेग सीधी करके फड़ सिंगा जकारा बुलाया। ਛੱਜੂ ਝੀਵਰ ਉਹ ਸੀ ਜਿਹਨੂੰ ਅੰਬਾਲੇ ਦੇ ਕੋਲ ਗੁਰੂ ਹਰਕ੍ਰਿਸ਼ਨ ਸਾਹਿਬ ਜਦੋਂ ਗਏ ਤੇ ਆ ਸਾਰੇ ਬੱਚੇ ਇੰਨੀ ਇੰਨੀ ਉਮਰ ਦੇ ਬੈਠੇ ਹੋਏ ਨੇ। ਗੁਰੂ ਸਾਹਿਬ 6-7 ਸਾਲ ਦੇ ਸੀ ਗੁਰੂ ਹਰਕ੍ਰਿਸ਼ਨ ਸਾਹਿਬ। ਗੁਰੂ ਨੇ ਕੌਤਕ ਵਰਤਾਏ ਨੇ ਵੀ ਕਿਤੇ ਸੰਸਾਰੀਆਂ ਨੂੰ ਭੁਲੇਖਾ ਨਾ ਲੱਗ ਜਾਏ ਕਿ ਗੁਰੂ ਉਹ ਹੀ ਹੁੰਦਾ ਹੈ ਜਿਹਨੂੰ ਜਿਹੜਾ ਗ੍ਰੈਜੂਏਟ ਹੈ, ਜਿਹਨੂੰ ਗ੍ਰਾਮਰ ਆਉਂਦੀ ਹੈ। ਕਿਉਂਕਿ 6 ਸਾਲ ਦਾ ਬੱਚਾ ਤੇ ਕਿੰਨਾ ਕੁ ਤੁਸੀਂ ਕਿੰਨਾ ਕੁ ਪੜ੍ਹ ਲਿਆ। ਇਹ ਨਾ ਕਿਤੇ ਭੁਲੇਖਾ ਲੱਗ ਜਾਏ ਵੀ ਗੁਰੂ ਪੜ੍ਹੇਗਾ ਤੇ ਤਾਂ ਗੁਰੂ ਬਣੇਗਾ, ਸਿੱਖ ਪੜ੍ਹੇਗਾ ਤੇ ਤਾਂ ਸਿੱਖ ਬਣੇਗਾ, ਭਗਤ ਪੜ੍ਹੇਗਾ ਤੇ ਤਾਂ ਭਗਤ ਬਣੇਗਾ। ਇਸ ਲਈ ਪ੍ਰਹਿਲਾਦ ਜੀ ਵਿੱਚ ਆ ਗਏ, ਧਰੂ ਜੀ ਆ ਗਏ 5 ਸਾਲ ਦੇ। ਹੁਣ 5 ਸਾਲਾਂ ਦੇ ਵਿੱਚ ਕਿਤੇ PhD ਹੋ ਜਾਂਦੀ ਹੈ। ਤੇ ਸ਼ਹੀਦ ਜੇ ਆਪਾਂ ਕਹੀਏ ਵੀ ਸਰੀਰ ਦੇ ਬਲ ਕਰਕੇ ਹੋਵੇ ਤੇ ਤੁਹਾਡੇ ਸ਼ਹੀਦ ਕਿੰਨੇ ਚਿਰ ਦੇ ਨੇ? ਪ੍ਰਚਲਿਤ ਹੋ ਗਿਆ 7 ਤੇ 9 ਸਾਲ ਦੇ। ਜੇ ਤੁਸੀਂ ਗਿਣੋ ਤੇ ਮੇਰੇ ਖਿਆਲ ਵਿੱਚ 5 ਤੇ 7 ਸਾਲ ਦੀ ਉਮਰ ਬਣਦੀ ਸਾਹਿਬਜ਼ਾਦਿਆਂ ਦੀ। ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ ਤੇ ਉਹ ਵਡੇਰੀ ਮਾਂ। ਸੋਚੋ ਕਦੇ ਤੁਸੀਂ, ਇਹ ਕੋਈ ਸਰੀਰਾਂ ਦੀਆਂ ਗੱਲਾਂ ਨਹੀਂ ਕੱਲੀਆਂ, ਜੋਤ ਦੀਆਂ ਗੱਲਾਂ ਨੇ। ਹਾਂ ਪੜ੍ਹਾਈ ਜ਼ਰੂਰੀ ਹੈ, ਪੜ੍ਹਨਾ ਜ਼ਰੂਰੀ ਹੈ। ਉਹ ਪੜ੍ਹੋਗੇ ਤੇ ਤੁਹਾਨੂੰ ਇੰਨੀ ਸਮਝ ਆ ਜਾਏ ਵੀ ਗੁਰੂ ਸਰੀਰ ਨਹੀਂ ਹੁੰਦਾ। ਚਲੋ ਗੱਲਾਂ ਜ਼ਿਆਦੀਆਂ ਲੰਮੀਆਂ ਚੱਲ ਗਈਆਂ, ਤੁਹਾਡੀ ਸਾਰੀ ਰਾਤ ਲੰਘ ਜਾਣੀ ਹੈ ਇੱਥੇ। ਫਿਰ ਮੈਨੂੰ ਕਹੋਗੇ ਪਤਾ ਨਹੀਂ ਲੱਗਾ 12 ਵਜੇ। ਗੁਰੂ ਹਰਕ੍ਰਿਸ਼ਨ ਸਾਹਿਬ ਦੀ ਗੱਲ ਕਰ ਲਈ। ਗੱਲ ਤਾਂ ਸਾਹਿਬਜ਼ਾਦਿਆਂ ਦੀ ਕਰਨ ਨੂੰ ਜੀ ਕਰਦਾ। ਮਹਾਰਾਜ ਜਦੋਂ ਪੰਜੋਖਰਾ ਸਾਹਿਬ ਗਏ ਤਾਂ ਉੱਥੇ ਇਹ ਅੰਬਾਲੇ ਦੇ ਕੋਲ ਪੈਂਦਾ ਇੱਕ ਪੰਡਤ ਸੀ ਉੱਥੇ। ਉਹ ਬੜਾ ਪੜ੍ਹਿਆ ਲਿਖਿਆ ਸੀ। ਉਹ ਆ ਗਿਆ। ਹੁਣ ਪੜ੍ਹਾਈ ਦਾ, ਵਿੱਦਿਆ ਦਾ ਆਪਣਾ ਹੰਕਾਰ, ਪੂੰਛ ਲਾ ਦਿੰਦੇ ਨੇ ਲੋਕ। 2-4 ਅੱਗੇ, 2-4 ਪਿੱਛੇ, 2-4-5 ਵਾਰੀ ਨਾਂ ਲੈ ਦਿੱਤਾ, ਪੰਥ ਪ੍ਰਸਿੱਧ। ਤੇ ਸਾਡੇ ਵਰਗੇ ਕਿਤੇ ਖਲੋਣ ਲੱਗੇ ਨੇ। ਫਿਰ ਉਹ ਸਾਧ ਸੰਗਤ ਜੀ ਉਹ ਆ ਗਿਆ, ਕਹਿੰਦੇ ਤੁਸੀਂ ਨਾਂ ਧਰਾਇਆ ਗੁਰੂ ਹਰਕ੍ਰਿਸ਼ਨ ਸਾਹਿਬ ਤੇ ਕ੍ਰਿਸ਼ਨ ਜੀ ਨੇ ਗੀਤਾ ਉਚਾਰੀ ਹੈ ਤੇ ਤੁਸੀਂ ਅਰਥ ਕਰ ਦਿਓਗੇ? ਮਹਾਰਾਜ ਕਹਿੰਦੇ ਪੰਡਤ ਜੀ ਜੇ ਮੈਂ ਕਰ ਦਿੱਤੇ ਤੁਸੀਂ ਕਹਿਣਾ ਵੀ ਸ਼ਾਇਦ ਗੁਰੂ ਦਾ ਪੁੱਤਰ ਹੈ, ਛੋਟਿਆਂ ਹੁੰਦਿਆਂ ਸਿਖਾ ਦਿੱਤੇ ਹੋਣ, ਫਿਰ ਤੂੰ ਭੁਲੇਖੇ ਵਿੱਚ ਹੀ ਰਹਿ ਜਾਣਾ, ਤੇਰੀ ਤਸੱਲੀ ਨਹੀਂ ਹੋਣੀ। ਜਾਂ ਕੋਈ ਬੰਦਾ ਲਾਇਆ ਉਹਦੇ ਤੋਂ ਕਰਾ ਦਿਆਂਗੇ। ਛੱਜੂ ਝੀਵਰ ਆ ਗਿਆ। ਉਹ ਪਾਣੀ ਢੋਂਦਾ ਸੀ। ਪਾਣੀ ਢੋ ਢੋ ਕੇ ਨਾ ਤੇ ਉਹਦੇ ਤੋਂ ਪੂਰਾ ਬੋਲਿਆ ਜਾਂਦਾ ਸੀ, ਨਾ ਉਹਦੇ ਤੋਂ ਪੂਰਾ ਸੁਣਿਆ ਜਾਂਦਾ ਸੀ। ਮਹਾਰਾਜ ਇੱਕ ਸੋਟੀ ਰੱਖਦੇ ਸੀ ਕੋਲ। ਸੋਟੀ ਉਹਦੇ ਸਿਰ ਤੇ ਰੱਖੀ ਤੇ ਪੰਡਤ ਨੂੰ ਕਿਹਾ ਬੋਲ ਸ਼ਲੋਕ। ਉਹਨੇ ਸ਼ਲੋਕ ਬੋਲਿਆ ਤੇ ਛੱਜੂ ਝੀਵਰ ਨੇ ਅਰਥ ਕਰ ਦਿੱਤੇ। ਹੁਣ ਇਹ ਸਰੀਰ ਹੈ। ਹੁਣ ਪਿੱਛੇ ਜੀ ਸਾਡੇ ਜਿਹੜੇ ਨੰਬਰਦਾਰ ਕਥਾਵਾਚਕ ਨੇ ਨਾ, ਨੰਬਰਦਾਰ ਜਿਹਨੂੰ ਕਹਿੰਦੇ, ਪਟਵਾਰੀ, ਨੰਬਰਦਾਰ, ਤਹਿਸੀਲਦਾਰ, ਪ੍ਰੋਫੈਸਰ, ਪ੍ਰਿੰਸੀਪਲ, ਇਹ ਬੜੇ ਨਾਂ ਹੁਣ ਚੱਲਦੇ। ਉਹ ਮਖੌਲ ਪਤਾ ਕੀ ਕਰਦੇ ਇਹਨਾਂ ਦਾ? ਯਾਰ ਪਤਾ ਨਹੀਂ ਰੱਬ ਨੂੰ ਕੋਈ ਨਵਾਂ ਨਰਕ ਬਣਾਉਣਾ ਪੈਣਾ ਇਹਨਾਂ ਵਾਸਤੇ।
ਕਹਿੰਦੇ ਫਿਰ ਹੁਣ ਬੱਚਿਆਂ ਨੂੰ ਪੜ੍ਹਾਈ ਦੀ ਤਾਂ ਲੋੜ ਹੀ ਕੋਈ ਨਹੀਂ, ਸਾਰਿਆਂ ਨੂੰ ਸੋਟੀ ਲਵਾ ਦਿਆ ਕਰੋ, ਪਾਸ ਹੋ ਜਾਣ ਕਰਨਗੇ। ਉਹ ਬੁੱਧ ਉਹ ਗੁਰੂ ਤੇ ਸਿਰਫ ਆਪਣੀ ਹੋਂਦ ਜਤਾਉਂਦਾ ਵੀ ਮੈਂ ਹਾਂ ਕੁਝ। ਗੁਰੂ ਕੋਈ ਜਾਦੂਗਰ ਨਹੀਂ ਹੈ ਵੀ ਲਗਾਤਾਰ ਤੁਹਾਨੂੰ ਕਰਾਮਾਤਾਂ ਵਿਖਾਈ ਜਾਏਗਾ। ਉਹ ਸੋਚਦਾ ਹੈ ਜੇ ਗੁਰਬਾਣੀ ਸੁਣਾਉਣ ਨਾਲ, ਜੇ ਇਹਨਾਂ ਨੂੰ ਅਰਥ ਸੁਣਾਉਣ ਨਾਲ, ਜੇ ਕੀਰਤਨ ਨਾਲ ਸਮਝ ਨਹੀਂ ਆਈ ਤੇ ਚਲੋ ਇਹਨਾਂ ਦੇ ਅੱਗੇ ਕੋਈ ਇਸ ਤਰ੍ਹਾਂ ਦੀ ਘਟਨਾ ਹੀ ਵਰਤਾ ਦਈਏ ਜਿਹਨੂੰ ਸੁਣ ਕੇ ਇਹਨਾਂ ਦਾ ਮਨ ਜਿਹੜਾ ਹੈ ਇਹ ਸ਼ਰਧਾ ਵਿੱਚ ਆ ਜਾਏ। ਬਸ ਇਹਦੇ ਲਈ ਹੋਰ ਗੁਰੂ ਸਾਹਿਬ ਚਾਹੁੰਦੇ ਨਹੀਂ। ਮੈਂ ਆਪ ਜੀ ਨੂੰ ਬੇਨਤੀ ਕਰਦਿਆਂ, ਗੁਰੂ ਸਾਹਿਬ ਕਰਾਮਾਤ ਦੇ ਹੱਕ ਵਿੱਚ ਨਹੀਂ ਹਨ, ਪਰ ਕਿਤੇ ਕਿਤੇ ਵਿਖਾਉਣੀ ਪਈ। ਕਿਉਂ ਵਿਖਾਉਣੀ ਪਈ? ਲੋਕਾਂ ਦਾ ਭਲਾ ਕਰਨ ਵਾਸਤੇ ਵਿਖਾਉਣੀ ਪਈ, ਆਪਣੀ ਪੂਜਾ ਕਰਾਉਣ ਵਾਸਤੇ ਨਹੀਂ ਵਿਖਾਉਣੀ ਪਈ ਵੀ ਇਹਨਾਂ ਦਾ ਭਲਾ ਹੋ ਜਾਏਗਾ। ਉਹ ਬਈ ਤੁਸੀਂ ਗੁਰੂ ਦੀ ਗੱਲ ਕਰਦੇ ਹੋ, ਗੁਰੂ 'ਚ ਕਰਾਮਾਤ। ਇੱਥੇ ਸਾਡੇ ਆਮ ਬੰਦੇ ਆ, ਨਿਤਨੇਮ ਵੀ ਪੂਰਾ ਨਹੀਂ ਹੁੰਦਾ, ਸਾਡੇ ਜੀਵਨ ਵਿੱਚ ਕਈ ਹੋ ਜਾਂਦੀਆਂ। ਇੱਥੇ ਸਿੱਖ ਇੱਕ ਸਿਰਫ ਇੱਕ ਇਹ ਪ੍ਰੋਸੀਜਰ ਹੈ, ਗੁਰੂ ਦੀ ਗੱਲ ਗੁਰੂ ਨੇ ਵਰਤਾਉਣੀ ਹੈ ਕਲਾ। ਤੇ ਯਾਦ ਰੱਖੋ, ਅੱਜ ਬੜੇ ਬੜੇ ਤੁਸੀਂ ਅਰਦਾਸ ਕਰਿਆ ਕਰੋ ਸਾਡੇ ਵਾਸਤੇ ਵੀ ਸਾਨੂੰ ਗਿਆਨ ਦਾ ਸ਼ਬਦ ਤੇ ਮੇਰੇ ਅੱਗੇ ਬਹੁਤ ਭੈੜਾ ਆਇਆ, ਪਰ ਉਹਨੂੰ ਕਹਿਣਾ ਨਹੀਂ ਗੁਰੂ ਕੀ ਹਜ਼ੂਰੀ ਵਿੱਚ, ਗਿਆਨ ਦਾ ਝੱਲ ਨਾ ਪੈ ਜਾ ਸਾਨੂੰ ਕਿਤੇ। ਬੜੇ ਕਹਿਣ ਲੱਗ ਪਏ ਗੁਰੂ ਕਿਹੜਾ ਖਾਂਦਾ ਹੈ, ਗੁਰੂ ਕਿਹੜਾ ਕਰਦਾ ਹੈ। ਉਹ ਗੁਰੂ ਦੇ ਹੱਥ ਨੇ, ਕੋਈ ਇਸ ਤਰ੍ਹਾਂ ਕਰ ਕਰਕੇ ਸਿੱਧਾ ਕਹਿੰਦੇ ਗੁਰੂ ਸਾਹਿਬ ਨੂੰ ਕੋਈ ਡਰ ਅਦਬ ਹੈ ਹੀ ਨਹੀਂ। ਗੁਰੂ ਦੇ ਕਿਹੜੇ ਹੱਥ ਨੇ? ਇਹ ਸਾਧ ਸੰਗਤ ਜੀ, ਇਹ ਡਾਲਰਾਂ ਦੀਆਂ ਮਿਹਰਬਾਨੀਆਂ ਜਦੋਂ ਲੱਗਦੇ ਨਾ ਢੇਰ ਅੱਗੇ ਆ ਕੇ, ਗੁਰੂ ਦਾ ਬਾਣਾ ਪਾ ਕੇ ਜਦੋਂ ਦੱਥੀਆਂ ਆਉਂਦੀਆਂ ਨਾ ਅੱਗੇ, ਫਿਰ ਸੱਚੇ ਪਾਤਸ਼ਾਹ ਬਚਾ ਕੇ ਰੱਖਣ। ਇਸ ਮਾਇਆ ਤੋਂ ਨਹੀਂ ਬਚ ਸਕਦਾ। ਇਹ ਤਾਂ ਜਿਵੇਂ ਅਕਲ ਦੇਦਾ ਗੁਰੂ, ਜਿਵੇਂ ਮਾਤਾ ਨੇ ਕਿਹਾ ਸੀ ਭਾਈ ਪਰਮਵੀਰ ਸਿੰਘ ਨੂੰ, ਅਕਲ ਦੇਦਾ ਉਸ ਤਰ੍ਹਾਂ ਦੀ ਵੀ ਉਹ ਸੰਗਤ ਤੇ ਆਪਣਾ ਗੁਜ਼ਾਰਾ ਕਰੇ ਤੇ ਸੰਗਤ ਤੇ ਲਾਏ, ਫਿਰ ਤਾਂ ਭੱਜੇਗੀ, ਨਹੀਂ ਤਾਂ ਮੱਤ ਮਾਰੀ ਪਈ ਜੇ ਸੰਸਾਰ ਦੇ ਵਿੱਚ। ਇਹ ਅਰਦਾਸ ਕਰਿਆ ਕਰੋ ਤੁਸੀਂ। ਸੋ ਗੁਰੂ ਸਰੀਰ ਨਹੀਂ ਹੈ, ਗੁਰੂ ਸਾਹਿਬ ਨੇ ਅਰਥ ਕਰਾਏ ਨੇ, ਪਰ ਇਹਦਾ ਅਰਥ ਇਹ ਵੀ ਨਹੀਂ ਕਿ ਗੁਰੂ ਸਾਹਿਬ ਨੇ ਪੜ੍ਹਾਇਆ ਨਹੀਂ। ਦੂਜੇ ਪਾਤਸ਼ਾਹ ਨੇ ਪੜ੍ਹਾਇਆ ਵੀ ਹੈ, ਵਿਦਿਆ ਵੀ ਪੜ੍ਹਾਈ। ਦਿੱਤ ਸਿੰਘ ਦੀ ਮੈਂ ਗੱਲ ਕਰ ਰਿਹਾ ਸੀ। ਮਹਾਰਾਜੇ ਰਣਜੀਤ ਸਿੰਘ ਦੇ ਟਾਈਮ ਦੇ ਉੱਤੇ ਇਹ ਪੰਥ ਦਾ ਵਾਲੀ ਹੈ। ਤੁਸੀਂ ਕੋਈ ਫਿਕਰ ਨਾ ਕਰੋ ਕਿਵੇਂ ਪੰਥ ਚੱਲੇਗਾ, ਇੰਨੇ ਰੋਡੇ ਹੋ ਗਏ, ਕੁਝ ਹੋ ਗਿਆ, ਜੋ ਮਰਜ਼ੀ ਹੋ ਜਾਏ। ਜੇ ਕਲਗੀਆਂ ਵਾਲਾ ਚਾਹੇ ਤੇ ਆਕਾਸ਼ ਦੇ ਤਾਰਿਆਂ ਵੱਲ ਨਿਗਾਹ ਮਾਰੇ ਤੇ ਇੱਕ ਇੱਕ ਤਾਰੇ ਦੇ ਲੱਖਾਂ ਸਿੰਘ ਬਣ ਕੇ ਤੁਹਾਡੇ ਸਾਹਮਣੇ ਆ ਜਾਣ। ਇਹ ਪਾਵਰਾਂ ਨੇ ਗੁਰੂ ਦੇ ਵਿੱਚ। ਜਿਹੜੇ ਗੁਰੂ ਨੂੰ ਬੰਦਾ ਸਮਝਦੇ ਨੇ ਉਹਨਾਂ ਵਾਸਤੇ ਕੁਝ ਵੀ ਨਹੀਂ। ਉਹਨਾਂ ਰੋਣਾ ਹੀ ਜੀ, ਕੱਖ ਨਹੀਂ ਰਹਿ ਗਿਆ ਜੀ, ਕੁਝ ਨਹੀਂ ਰਹਿ ਗਿਆ ਜੀ, ਆਹ ਨਹੀਂ ਰਹਿ ਗਿਆ ਜੀ। ਗੁਰੂ ਨੇ ਪੰਥ ਚਲਾਉਣਾ ਹੈ ਤੇ ਗੁਰੂ ਜਿਹੜਾ ਹੈ ਉਹ ਪੰਥ ਦੇ ਪ੍ਰਤੀ ਇਸ ਤਰ੍ਹਾਂ ਚਲਾਉਂਦਾ ਪੰਥ ਨੂੰ, ਜਿਵੇਂ ਇੱਕ ਕਦਮ ਤੇ ਪੈਰ ਆਉਂਦਾ ਤੇ ਫਿਰ ਦੂਜਾ ਕਦਮ ਅੱਗੇ, ਫਿਰ ਦੂਜੇ ਤੋਂ ਕੰਮ ਲੈ ਲੈਂਦਾ, ਫਿਰ ਦੂਜੇ ਤੋਂ ਬੰਦਾ ਜਦੋਂ ਤੁਰਦਾ ਦੂਜਾ ਅੱਗੇ ਰੱਖਦਾ, ਫਿਰ ਪਿੱਛੇ ਪਰਤ ਕੇ ਉਹ ਤੋਂ ਲੈ ਲੈਂਦਾ। ਜਦੋਂ ਇੱਕ ਚੀਜ਼ ਭਾਰੂ ਹੋਣ ਲੱਗਦੀ ਪੰਥ ਵਿੱਚ, ਗੁਰੂ ਦੂਜੀ ਪੈਦਾ ਕਰ ਦਿੰਦਾ। ਜਦੋਂ ਮਹਾਰਾਜੇ ਰਣਜੀਤ ਸਿੰਘ ਦਾ ਟਾਈਮ ਸੀ, ਸਿੱਖਾਂ ਨੇ 100 ਸਾਲ ਤਲਵਾਰ ਖੜਕਾਈ, ਘੋੜਿਆਂ ਦੀਆਂ ਕਾਠੀਆਂ ਤੇ, ਤਾਂ ਸਿੱਖ ਰਾਜ ਆਇਆ ਸੀ। ਉਹ ਬੜੇ ਸੰਘਰਸ਼ ਦਾ ਟਾਈਮ ਸੀ। ਫਿਰ ਸਿੱਖ ਰਾਜ ਆਇਆ, ਤੇ ਜਦੋਂ ਸਿੱਖ ਰਾਜ ਆਇਆ ਉਹਦੇ ਵਿੱਚ ਨਾਲ ਮਾਇਆ ਵੀ ਆਈ, ਤੇ ਜਦੋਂ ਮਾਇਆ ਆਈ ਫਿਰ ਸਾਧ ਸੰਗਤ ਜੀ ਸਾਰਾ ਕੁਝ ਹੀ ਆਇਆ, ਫਿਰ ਸ਼ਰਾਬਾਂ ਵੀ ਆਈਆਂ ਤੇ ਕਈ ਕੁਝ ਆਇਆ। ਬਹੁਤੇ ਸਿੱਖ ਸਰਦਾਰ ਮੈਂ ਕਹਿ ਦੇਣਾ ਸ਼ਰਾਬ ਪੀਂਦੇ ਸੀ, ਬਦ ਫੈਲੀਆਂ ਸ਼ੁਰੂ ਹੋ ਗਈਆਂ। ਗੁਰੂ ਸਾਹਿਬ ਨੇ ਕਿਹਾ ਉਹ ਸਾਹਿਬਜ਼ਾਦਿਆਂ ਸਿੰਘਾਂ ਦੀਆਂ ਕੁਰਬਾਨੀਆਂ ਦੇ ਨਾਲ ਰਾਜ ਤੁਹਾਡੇ ਕੋਲ ਆਇਆ, ਕਰਨ ਕੀ ਲੱਗ ਪਏ ਹੋ? ਮਹਾਰਾਜ ਨੇ ਖਿੱਚ ਲਿਆ। ਕੋਈ ਅੰਗਰੇਜ਼ ਨਹੀਂ ਸੀ ਖੋ ਸਕਦਾ ਰਾਜ ਉਹਨਾਂ ਦਾ, ਕੋਈ ਨਹੀਂ ਸੀ ਕਰ ਸਕਦਾ।
जब ये गहे विप्रन की रीत मैं ना करूं इनकी प्रतीत। कहते जदों मेरी रीत छड़ दोगे ना, मैं नहीं पूछना तुहानू, पर जे तू मेरा होके रहेगा तेरी हवा वाल भी नहीं कोई वेख सकता, तेरे वाल किन्ने वेखना? फिर हिम्मत किहदी वेखण दी? तू परवाह ना करी। फिर जब लग खालसा रहे न्यारा तब लग तेज दियो मैं सारा। उस टाइम के उत्ते कौम दे विच 100 साल प्रचार इस तरह का होया सी। ते महाराजे रणजीत सिंह दे टाइम ते जदों गिरावटां आउंदियां ने, फिर दूजे धर्म भी इंटर कर जाते हैं। कौम दे विच कुछ चीज़ां इस तरह दियां वड़ गईयां सन जिहड़ियां कौम की होंद नूं खतरा सन, ते कौम एक तरह दे नाल साध संगत जी ब्राह्मणवाद की मनु की विचारधारा के वल रुख करती जा रही सी, जिहड़ी उपरली लीडरशिप सी। आम सिख नहीं सी प्रभावित होया उहदे उत्तों, उहदा गुरु ते निश्चा सी। उदों फिर भाई दित सिंह वर्गे विद्वान गुरु ने पैदा कर दिते। मैं बेनती कर रहा, गुरु समर्थ अज भी गुरु नाल खड़ा है। गुरु साहब बारे एक गल अज ध्यान नाल सुनियो, गुरु साहब बारे कदी ये शब्द नहीं वरतना कि गुरु साहब होए सन। ये शब्द गुरु साहब बारे कदी नहीं वरतना। गुरु साहब होए सन, गुरु साहब का टाइम सी, गुरु साहब हैन ते गुरु साहब का टाइम है। करके वेख लो, एक महीने में तुहानूं वही नितनेम होवेगा, फर्क पाना शुरू कर देगा। साहबजादे सन, साहबजादे सन नहीं, साहबजादे हन। ये चीज़ां साडे विच घसोड़ियां ढैंदी कला वालियां ने नितनेम छोटे कीते, सारा कुछ छोटा किया, सानू कमज़ोर किया। ये कौम नूं अन्न खानी कौम बना दिता। इन्होंने रोटियां खा के सुते रहना, तो पैसे कमाने, ते न्याणे पैदा करने, ते जम्मण ते मरना, यही करता सारा कुछ, होर कुछ करना ही नहीं इन्होंने। दित सिंह वर्गे विद्वान पैदा होए जिन्हां ने कौम दे विच जिहड़ी घुसपैठ हुई सी, जिहड़ा उहदे विच ब्राह्मणवाद नूं ये ना समझिया करो भी कोई गुरु की करामात की गल कर ली तो उन्होंने कहते ब्राह्मणवाद। ब्राह्मणवाद ये है जदों जिस चीज़ नाल, जिस विचारधारा नाल तुहाडा गुरु ग्रंथ साहब तो भरोसा उठदा है, उन्होंने ब्राह्मणवाद कहते हैं। मैं समूचे तौर पर कह देना, ये पैदा हो गया सी भी गुरु साहब कोई एडी खास गल नहीं। उदों दित सिंह वर्गे पैदा होए तो उन्होंने ये कढ़िया कौम दे विचों अपनी विद्वता दे नाल, ते वड्डे वड्डे विद्वानां नूं जिहड़े कौम दे उत्ते चोट मार रहे सन, उन्होंने कई बारी चर्चा दे विच हराया। ये भाई दित सिंह की बहादरी सी, उहदी सूरमताई सी। इन्नी कोई गल करांगा, समा अपनी रफ्तार नाल जा रहा। ते साध संगत जी, भाई मरदाना जी बारे तो तुसी ज़्यादा तकरीबन जानते हो, क्योंकि ये बारे बहुत कुछ 50 साल उस सिख ने गुरु साहब के नाल गुजारे ने। एक गल याद रखियो, कुछ सिंह मैनू पता लगा सी, खास तौर पर मैं तां भी आया भी ये पिंड सरहाला खुर्द, ये ना सरहाला खुर्द के नाल दे पिंडां विचों भी कुछ चोणवे सिंह आए ने भी आपां कोई पिंडां दे विच विद्या का कोई सलाह बात करिए, कोई थोड़ा थोड़ा भी शुरू हो जाए ना। साडा एक मेरी सोच है भी जे गुरु साहब ने कराउणी, साहिबजादियां ने कराउणी, भी एक पिंड विच घट्टो घट्ट 5 सिंघां दा ग्रुप ऐसा जिम्मेवार होवे जिहड़ा पिंड अपने दी ही प्रचार की सांभ संभाल करे। समागम तो कदी हुंदा है, साल बाद समागम कदी हुंदा है। ये बूटे जिहड़े ने सियाणे कहंदे भी बूटे नूं पानी भी भावें तुसीं रोज़ पाओ ना, लोड़ ना होवे ते उहदे कोलों एक बारी जरूर लंघो तां बूटा हरा रहिंदा है। गुरु अंदरों जानदा सिख नूं, इस करके
ਦੋਵੇਂ ਚੀਜ਼ਾਂ ਦੀ ਲੋੜ ਹੈ, ਸ਼ਰਧਾ ਦੀ ਵੀ ਲੋੜ ਹੈ ਤੇ ਕੋਰਸ ਦੀ ਵੀ ਲੋੜ ਹੈ। ਤੇ ਅਸੀਂ ਇਹ ਯਤਨ ਕੀਤਾ ਹੈ ਕਿ ਇੱਕ ਨਗਰ ਦੇ ਵਿੱਚ ਘੱਟੋ ਘੱਟ 5 ਸਿੰਘ ਜਿਹੜੇ ਉਹ ਜ਼ਿੰਮੇਵਾਰ ਪੈਦਾ ਹੋਣ। ਤੇ ਦੂਜੀ ਇੱਕ ਸਾਡੇ ਵੱਲੋਂ ਜਿਹੜੀ ਕਥਾ ਹੈ, ਵੈਸੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਮਹਾਰਾਜ ਨੇ ਕਰਵਾ ਲਈ ਸੰਪੂਰਨ, ਤੇ ਜਿਹੜੀ ਪਹਿਲਾਂ ਕਥਾ ਹੋਈ ਹੈ ਉਹਦੇ ਅਸੀਂ ਰੇਡੀਓ ਮੰਗਾ ਕੇ ਰੱਖੇ ਹੋਏ ਨੇ। ਸੰਗਤ ਦਾ ਕਾਰਜ ਹੈ। ਉਹ ਜਿਸ ਪਿੰਡ ਦਾ ਕੋਈ ਵੀ ਸਿੰਘ, ਕੋਈ ਜ਼ਿੰਮੇਵਾਰ 1-2 ਸਿੰਘ ਹੋਣ ਜਿਹੜੇ ਕਹਿਣ ਵੀ ਅਸੀਂ ਗੁਰੂ ਘਰ ਦੇ ਵਿੱਚ ਇਹ ਰਹਿਰਾਸ ਸਾਹਿਬ ਤੋਂ ਪਹਿਲਾਂ 1 ਘੰਟਾ ਰੋਜ਼ 1 ਘੰਟਾ ਕਥਾ ਲਾਵਾਂਗੇ, ਉਹਦੇ ਵਿੱਚ 500-600 ਘੰਟੇ ਦੀ ਕਥਾ ਹੈ, ਤਾਂ ਉਹਨਾਂ ਨੂੰ ਅਸੀਂ ਉਹ ਭੇਟਾ ਰਹਿਤ ਯਾਨੀ ਕਿ ਮਾਇਆ ਤੋਂ ਬਿਨਾਂ ਉਹ ਰੇਡੀਓ ਉਹਦੇ ਘਰ ਪਹੁੰਚਾ ਦਿੰਦੇ ਹਾਂ ਕੋਰੀਅਰ ਕਰਕੇ। ਹਾਂ, ਉਹਦੀ ਜ਼ਿੰਮੇਵਾਰੀ ਹੈ ਕਿ ਗੁਰੂ ਘਰ ਵਿੱਚ ਲਾਏ। ਜੇ ਬੱਚਿਆਂ ਨੂੰ ਪੜ੍ਹਨ ਦੀ ਪ੍ਰੋਬਲਮ ਆਉਂਦੀ ਹੈ, ਬਾਹਰਲੇ ਸਪੀਕਰ ਬੰਦ ਕਰ ਲਓ, ਅੰਦਰ ਵਾਲੇ ਚਲਾ ਕੇ ਜਿੰਨੀ ਸੰਗਤ ਆਉਂਦੀ ਉਹ ਸੁਣ ਲੈ, 2 4 10 ਸਰੀਰ ਜਿੰਨੇ ਸੁਣ। ਕੋਈ ਨਾ ਸੁਣੇ ਤੇ ਕਦੀ ਇਹ ਨਾ ਕਿਹਾ ਕਰੋ ਅੰਦਰ ਤੇ ਹੈ ਕੋਈ ਨਹੀਂ, ਇਹ ਨਾ ਕਿਹਾ ਕਰੋ ਅੰਦਰ ਹੈ ਕੋਈ ਨਹੀਂ। ਇਹ ਕਈ ਗੱਲਾਂ ਅਸੀਂ ਜਿਹੜੀਆਂ ਇਸ ਤਰ੍ਹਾਂ ਕਰ ਜਾਂਦੇ ਹਾਂ ਬਿਨਾਂ ਪਤੇ ਤੋਂ। ਉਹ ਜਿੱਥੇ ਦੀਨ ਦੁਨੀਆ ਦਾ ਮਾਲਕ ਬੈਠਾ ਅਸੀਂ ਕਹਿੰਦੇ ਅੰਦਰ ਹੈ ਕੋਈ ਨਹੀਂ। ਜਿੱਥੇ ਜਿਸ ਗੁਰੂ ਘਰ ਵਿੱਚ ਸੁੱਚ ਸਫਾਈ ਦੇ ਨਾਲ ਗੁਰੂ ਸਾਹਿਬ ਦੀ ਸੇਵਾ ਹੁੰਦੀ ਹੈ, ਸੰਗਤ ਕਰਦੀ ਹੈ ਨਾ, ਸਫਾਈ ਰੱਖਦੀ ਹੈ। ਇੱਕ ਮੈਂ ਬੇਨਤੀ ਕਰਦਿਆਂ ਆਪਣੇ ਨਗਰ ਦੇ ਵਿੱਚ, ਭਾਵੇਂ ਕਿ ਕਿਸੇ ਦਾ ਗੁਰਦੁਆਰਾ ਹੋਵੇ, ਇਹ ਸੇਵਾ ਹੈ। ਜਦੋਂ ਟਾਈਮ ਲੱਗੇ ਸੁਖ ਆਸਣ ਦੀ, ਗੁਰੂ ਸਾਹਿਬ ਦੇ ਰੁਮਾਲਿਆਂ ਦੀ, ਸਾਰੀ ਸੇਵਾ ਦੀ ਸਫਾਈ ਕਰਿਆ ਕਰੋ। ਪਿੰਡਾਂ ਦੇ ਵਿੱਚੋਂ ਖਬਰਾਂ ਮਿਲਦੀਆਂ ਨੇ ਵੀ ਗੁਰੂ ਸਾਹਿਬ ਦੀ ਸੇਵਾ ਸਫਾਈ ਦੇ ਵਿੱਚ ਬੜੀਆਂ ਅਣਗਹਿਲੀਆਂ ਹੋ ਰਹੀਆਂ ਨੇ। ਇਹ ਵੀ ਇੱਕ ਕੌਮ ਦੀ ਕਈ ਚੀਜ਼ਾਂ ਦੇ ਵਿੱਚ ਫਤਿਹ ਨਾ ਹੋਣ ਦਾ ਕਾਰਨ ਹੈ। ਸੋ ਇਹ ਗੱਲਾਂ ਬਹੁਤ ਲੰਬੀਆਂ ਨੇ। ਉਹ ਰੇਡੀਓ ਤੁਸੀਂ ਪ੍ਰਾਪਤ ਕਰ ਸਕਦੇ ਹੋ ਫੋਨ ਕਰਕੇ। ਬਾਕੀ ਹਰ ਇੱਕ ਪਿੰਡ ਦੇ ਵਿੱਚ ਜਿੰਨੇ ਤੁਸੀਂ ਪਿੰਡਾਂ ਦੇ ਵਿੱਚ ਕੋਈ ਸਿੰਘ ਲੱਭੋਗੇ, ਕਿਸੇ ਨੂੰ ਉਹ ਰੇਡੀਓ ਚਾਹੀਦਾ, ਜਿੰਨੇ ਪਿੰਡਾਂ ਵਿੱਚ ਲੱਭੋਗੇ ਆਪਣੇ ਇਲਾਕੇ ਵਿੱਚ, ਭਾਵੇਂ 100 ਵਿੱਚ ਲੱਭੋ, 200 1000, ਭਾਵੇਂ 5000 ਵਿੱਚ ਲੱਭ ਲਓ, ਉਹ ਸਾਰਿਆਂ ਨੂੰ ਰੇਡੀਓ ਮਿਲਣਗੇ। ਪਰ ਉਹ ਡਿਊਟੀ ਹੋਵੇਗੀ ਉਹਦੀ, ਰੱਖਣਾ ਨਹੀਂ, ਉਹਨੂੰ ਘਰ ਦੇ ਵਿੱਚ ਲਾਉਣਾ ਪਏਗਾ। ਉਹਨੂੰ ਆਪ ਨਾ ਉੱਥੇ ਹੋਵੇ, ਦੂਜਾ ਸਿੰਘ ਨਾਲ ਰੱਖੇ, ਉਹ ਲਾ ਦੇ, ਉਹ ਕਰਨਾ ਪਏਗਾ। ਬਾਕੀ ਕੋਰਸ ਹੈ, ਕੋਰਸ ਨੂੰ ਭਾਈ ਕੁਲਵੰਤ ਸਿੰਘ ਹੋਰੀ ਤੁਹਾਡੇ ਨੇੜੇ ਘੁੰਮਣਾ ਵਾਲੇ, ਆਪਣਾ ਭਾਈ ਗੁਰਸਿਮਰਨ ਸਿੰਘ ਹੈ, ਇਹ ਕਰਦੇ ਨੇ, ਇਹਨਾਂ ਨੇ ਕੀਤਾ, ਇਹਨਾਂ ਨੂੰ ਪਤਾ ਹੈ। ਸਾਦਾ ਬਿਲਕੁਲ ਸਰਲ ਹੈ। ਔਰ ਹਰ ਇੱਕ ਪ੍ਰਕਾਰ ਦੇ ਜੇ ਕੋਈ ਅਧਿਆਤਮ ਤੇ ਪੜ੍ਹਨਾ ਚਾਹੁੰਦਾ, ਉਹ ਪਹਿਲੀ ਕਿਤਾਬ ਉਹਦੀ ਗੁਰ ਉਪਦੇਸ਼। ਜੇ ਕੋਈ ਫਿਲਾਸਫੀ ਪੜ੍ਹਨਾ ਚਾਹੁੰਦਾ, ਉਹ ਗੁਰਸਾਖੀ ਪੜ੍ਹ ਸਕਦਾ। ਜੇ ਕੋਈ ਇਤਿਹਾਸ ਦਾ ਉਹਨੂੰ ਇੰਟਰਸਟ ਹੈ, ਉਹ 100 ਸਵਾਲ 100 ਜਵਾਬ ਵਿੱਚ ਇਤਿਹਾਸ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਉਹ ਹੈ। ਤੇ ਜੇ ਕੋਈ ਸਾਧ ਸੰਗਤ ਦੀ ਮੁੱਢਲੀ ਜਿਹੜੀ ਜਾਣਕਾਰੀ ਹੈ, 5 ਬਾਣੀਆਂ ਦੇ ਅਰਥ, ਉਹ ਪੜ੍ਹਨਾ ਚਾਹੁੰਦਾ ਤੇ ਉਹ ਗੁਰਬਾਣੀ ਸਰਲ ਅਰਥ ਤੇ ਕੰਠ ਪੜ੍ਹ ਸਕਦਾ। ਸਾਰੀ ਤਰ੍ਹਾਂ ਦਾ ਉਹਦੇ ਵਿੱਚ ਇਹ ਯਤਨ ਕੀਤਾ ਗਿਆ। ਔਰ ਇਹ ਯਤਨ ਤੁਸੀਂ ਅਰਦਾਸ ਕਰਿਆ ਜੇ, ਇਸੇ ਤਰ੍ਹਾਂ ਸਾਨੂੰ ਸਾਰਿਆਂ ਨੂੰ ਸਮੱਤ ਵੀ ਬਖਸ਼ਣ, ਸੇਵਾ ਵੀ ਬਖਸ਼ਣ ਤੇ ਨਿਮਰਤਾ ਵੀ ਬਖਸ਼ਣ, ਤੇ ਆਪ ਸੰਗਤ ਦੀ ਸੇਵਾ ਕਰ ਸਕੀਏ। ਸੋ ਸਾਧ ਸੰਗਤ ਜੀ, ਸਮਾਂ ਤੁਸੀਂ 9 ਵਜੇ ਤੱਕ ਦਾ ਰੱਖਿਆ ਸੀ, ਤੇ ਕਈ ਤਾਂ ਸਮਾਂ ਬਹੁਤਾ ਵਹਿੰਦੇ ਨੇ ਵੀ 9 ਵੱਜ ਗਏ, 10 ਵੱਜ ਗਏ। ਇਹ ਤਾਂ ਪਤਾ ਨਹੀਂ ਕਿੰਨੀ ਵਾਰੀ 9 ਵਜੇ, ਕਿੰਨੀ ਵਾਰੀ 10 ਵੱਜ ਗਏ। ਅੱਜ ਵਾਲੇ 9 10 ਹੋਰ ਨੇ, ਉਹ ਪਹਿਲਾਂ ਹੋਰ ਹੁੰਦੇ ਸੀ ਜਿਹੜੇ ਪਹਿਲਾਂ, ਕੱਲ੍ਹ ਨੂੰ ਫਿਰ ਹੋਰ ਹੋਣੇ ਨੇ, ਜਾਂ ਕਿਤੇ ਸੰਗਤ ਮਿਲ ਗਈ ਫਿਰ ਉਹ ਵੀ ਇਸ ਤਰ੍ਹਾਂ ਦੇ ਹੋ ਜਾਣਗੇ। ਇਸ ਕਰਕੇ ਜਦੋਂ ਸੰਗਤ ਮਿਲ ਜਾਏ ਉਦੋਂ ਟਾਈਮ ਵੱਲ ਨਾ ਵੇਖਿਆ ਕਰੋ। ਟਾਈਮ ਨੇ ਲੰਘ ਹੀ ਜਾਣਾ, ਸਰੀਰ ਨੇ ਆਪਣੀ ਨੀਂਦ ਪੂਰੀ ਕਰ ਹੀ ਲੈਣੀ। ਭਾਵੇਂ ਤੁਸੀਂ 6 ਘੰਟੇ 8 ਘੰਟੇ ਸੌਵੋ, ਭਾਵੇਂ 4 ਘੰਟੇ ਸੌਵੋ, ਉਹ 4 ਘੰਟੇ ਉਹਨਾਂ ਗੂੜਾ ਕਰਕੇ ਸੌਂ ਲੈਂਦਾ, ਉਹਨੇ ਨੀਂਦ ਆਪਣੀ ਪੂਰੀ ਕਰ ਲੈਣੀ। ਇਹ ਜਿਹੜਾ ਸਮਾਂ ਜਿਹੜਾ ਹੋਣ ਵਾਲਾ ਹੈ, ਇਹ ਟਿਕਾ ਜਿਹੜਾ ਹੁਣ ਬਣਿਆ ਹੋਇਆ ਤੁਹਾਡਾ, ਇਹ ਟਿਕਾ ਕੋਈ ਐਵੇਂ ਇਹ ਕਿਸੇ ਕਥਾ ਨਾਲ ਟਿਕਾ ਨਹੀਂ ਬਣਿਆ। ਇਹ ਸਾਧ ਸੰਗਤ ਜੀ ਮਹਿਸੂਸ ਕਰੋ, ਇਹ ਕੋਈ ਕਿਰਪਾ ਵਰਤ ਰਹੀ ਗੁਰੂ ਸਾਹਿਬ ਦੀ, ਇਹ ਗੱਲਾਂ ਨਾਲ ਟਿਕਾ ਨਹੀਂ ਬਣਿਆ ਕੋਈ। ਇਸ ਟਿਕਾ ਨੂੰ ਹੀ ਮਹਿਸੂਸ ਕਰ ਲਓ, ਇਹੀ ਸਿਮਰਨ, ਇਹਨੂੰ ਸਿਮਰਨ ਕਿਹਾ ਜਾ ਸਕਦਾ ਕਿਸੇ ਹੱਦ ਤੱਕ।
कई बारी सिमरन ऐसा रूप धार जाता है कि बंदे नूं पता भी नहीं लगता तो वह सिमरन करता हुंदा है। सिमरन ऐसी चीज़ है। सो जिन्हां ने उपराला किया, यतन किया है, सारिਆਂ ਦਾ ਧੰਨਵਾਦ। और ਜਿਹੜੇ ਜਿਹੜੇ ਸਿੰਘ ਇਹਦੇ ਵਿੱਚ, क्योंकि गुरु साहब का हुक्म है भी मेरा सिख जिहड़ा वो पंथ का वाधा लोचे, कलगियां वाले पातशाह का है ये हुक्म है सानू कि गुरु ग्रंथ साहब जी नूं मनना, आपस में प्यार रखना और पंथ का वाधा लोचना, पंथ वधे, यतन करना ये वास्ते। सो ये वास्ते ये करो। तो बच्चों नूं जिहड़े बाणे वाले ने बड़े सोहने, बच्चियां भी ने ते बच्चे इन्हां ने शब्द बड़े सोहने पढ़े ने, इस तरह दस्तारा सजाया करो। ये बादशाह वाला लिबास है तुहाडा, बादशाहां वाला। अजकल तो इनू लोग कहते भी ये चोला है जां ये बादशाहां दे जिहड़े पुराने बादशाह दे तुसीं अज तुसीं सीरीयल भी देख लो, वो भी इस तरह के सारे पुराने बादशाह जिहड़े दस्तार बंनदे सी। सो ये गुरु साहब ने बादशाह बनाया तुहानूं, इहनूं तुसीं कायम रखो। पर नाल स्कूल जाण तो पहलां टाइम बनाओ, 15 मिनट नाम जरूर जपिया करो। जे बाणी आउंदी कोई तो जपजी साहब का पाठ करो, जे बाणी नहीं आउंदी सतनाम वाहिगुरू का जाप कर लो, मूल मंत्र का जाप कर लो, कुछ ना कुछ करके अरदास करके जिहड़ा है ये जाया करो। बाकी जिन्होंने कोर्स चाहिए वो भाई साहब के नाल संपर्क करो। सो सारिਆਂ ਦਾ ਧੰਨਵਾਦ। भुल्लां चुकां दी खिमा। सतगुरु गुरु ग्रंथ साहब सच्चे पातशाह जी किरपा करन। विचारां करदियां तो होईयां बेअंत प्रकार दी भुल्लां चुकां दी आप जी ने खिमा करनी। वाहिगुरू जी का खालसा, वाहिगुरू जी की फतेह।